आप लेहो तुम कथा सुधारी। सतनाम श्री वाहिगुरु साहिब जी। जग मह निंदा बिथरै मेरी, अस जे ते आछी मृत हेरी। इम चितवत पहुँचो दृग बारी, अविलोकत भा जंग उजारी। वाहिगुरु जी का खालसा वाहिगुरु जी की फतेह। गुरु की साजी नवाजी गुरु रूप साध संगत जी संध्या ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣ ਰਹੇ ਸੀ। ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਦੀ ਰਸਨਾ ਤੋਂ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ। ਉਪਰੰਤ ਗੁਰੂ ਘਰ ਦੇ ਕੀਰਤਨੀਏ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਆਰਤੀ ਆਰਤੇ ਦਾ ਕੀਰਤਨ ਸ਼ਰਵਣ ਕੀਤਾ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ, ਸਾਨੂੰ ਆਪਣੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਬਖਸ਼ਿਆ। ਔਰ ਗੁਰੂ ਕੀ ਪਾਵਨ ਕਥਾ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਆਪਾਂ ਸੁਣ ਰਹੇ ਹਾਂ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਗੁਰੂ ਸਾਹਿਬ ਨੇ ਸ੍ਰੀ ਹਰਗੋਬਿੰਦਪੁਰ ਦੀ ਧਰਤੀ ਤੇ ਅਬਦੁਲ ਖਾਂ ਜਲੰਧਰ ਦੇ ਸੂਬੇ ਨਾਲ ਬੜਾ ਭਾਰੀ ਜੰਗ ਲੜਿਆ, ਜੋ ਕਿ ਇਹਨਾਂ ਦੁਸ਼ਟਾਂ ਨੇ ਰਤਨ ਚੰਦ ਤੇ ਕਰਮ ਚੰਦ ਨੇ ਅਬਦੁਲ ਖਾਨ ਨੂੰ ਚੜਾ ਕੇ ਲਿਆਂਦਾ। ਵੱਡੀ ਭਾਰੀ ਫੌਜ ਲੈ ਕੇ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਜਾਂ ਗ੍ਰਿਫਤਾਰ ਕਰਨ ਵਾਸਤੇ ਆਏ, ਪਰ ਨਾ ਮਹਾਰਾਜ ਨੂੰ ਗ੍ਰਿਫਤਾਰ ਕਰ ਸਕੇ ਨਾ ਹੀ ਮਾਰ ਸਕੇ। ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਏ। ਆਪ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਦਾ ਰੂਪ ਸਨ ਗੁਰੂ ਹਰਗੋਬਿੰਦ ਸਾਹਿਬ। ਕੌਣ ਉਹਨਾਂ ਦਾ ਬਾਲ ਵਿੰਗਾ ਕਰ ਸਕਦਾ ਸੀ। ਸੋ ਸਾਧ ਸੰਗਤ ਜੀ, ਨਬੀ ਬਖਸ਼ ਤੇ ਕਰੀਮ ਬਖਸ਼ ਦੋ ਅਬਦੁਲ ਖਾਨ ਦੇ ਜਵਾਨ ਪੁੱਤਰ ਵੀ ਇਸ ਲੜਾਈ 'ਚ ਮਾਰੇ ਗਏ। ਵੱਡੇ ਵੱਡੇ ਹੋਰ ਬਹੁਤ ਸਾਰੇ ਜਰਨੈਲ ਮਾਰੇ ਗਏ। ਅਬਦੁਲ ਖਾਨ ਨਵਾਬ ਆਪਣੇ ਦੋਵਾਂ ਪੁੱਤਰਾਂ ਦੀ ਮੌਤ ਤੋਂ ਬਾਅਦ ਬਹੁਤ ਜ਼ਿਆਦਾ ਦੁਖੀ ਹੋ ਕੇ ਰੋਂਦਾ ਹੋਇਆ ਫਿਰ ਆਪਣੀ ਫੌਜ ਦੀ ਕਮਾਨ ਸੰਭਾਲੇਗਾ, ਕਿਉਂਕਿ ਹੁਣ ਉਸ ਨੂੰ ਨਜ਼ਰ ਆ ਗਿਆ ਕਿ ਲੜਾਈ ਆਰ ਪਾਰ ਦੀ ਕਰਨੀ ਪੈਣੀ ਹੈ। ਪੁੱਤਰ ਮਰ ਗਏ ਨੇ, ਜੇ ਮੈਂ ਜਿਉਂਦਾ ਵਾਪਸ ਚਲਾ ਗਿਆ ਲੋਕਾਂ ਨੇ ਮਿਹਣੇ ਮਾਰ ਮਾਰ ਕੇ ਜੀਣ ਨਹੀਂ ਦੇਣਾ। ਇੱਕ ਤਾਂ ਪੁੱਤਰਾਂ ਦਾ ਦੁੱਖ ਸਤਾਏਗਾ, ਇੱਕ ਹਾਰ ਦਾ ਦੁੱਖ ਸਤਾਏਗਾ। ਸੋ ਬਦਲਾ ਲਵਾਂ ਆਪਣੇ ਪੁੱਤਰਾਂ ਦਾ, ਜਾਂ ਮਾਰ ਦਿਆਂ ਗੁਰੂ ਨੂੰ ਜਾਂ ਮਰ ਜਾਵਾਂ। ਇਹ ਸੋਚ ਕੇ ਅਬਦੁਲ ਖਾਨ ਨਵਾਬ ਜੰਗ ਨੂੰ ਚੜ੍ਹੇਗਾ। ਅੱਜ ਦੀ ਇਹ ਕਥਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਦੀ ਮੌਤ ਦਾ ਪ੍ਰਸੰਗ ਵੀ ਆਪਾਂ ਸੁਣਨਾ ਹੈ। ਸਾਰੀ ਸੰਗਤ ਪਿਆਰ ਵਿੱਚ ਆ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਗ ਮਹਿ ਨਿੰਦਾ ਬਿਥਰੈ ਮੇਰੀ। ਅਬਦੁਲ ਖਾਨ ਨਵਾਬ ਸੋਚਦਾ, ਜੇ ਮੈਂ ਹੁਣ ਭੱਜ ਗਿਆ ਮੈਦਾਨ ਵਿੱਚੋਂ ਤੇ ਸੰਸਾਰ 'ਚ ਮੇਰੀ ਬੜੀ ਨਿੰਦਾ ਹੋਵੇਗੀ। ਅਸ ਜੇ ਤੇ ਆਛੀ ਮ੍ਰਿਤ ਹੇਰੀ। ਇਹੋ ਜਿਹੇ ਜੀਣ ਨਾਲੋਂ ਮਰ ਜਾਣਾ ਚੰਗਾ ਹੈ। ਜੇ ਲੋਕ ਮਿਹਣੇ ਤਾਨੇ ਮਾਰਨਗੇ ਉਹ ਸੁਣੇ ਨਹੀਂ ਜਾਣੇ। ਇਮ ਚਿਤਵਤ ਪਹੁੰਚਿਓ ਦ੍ਰਿਗ ਬਾਰੀ। ਏਦਾਂ ਸੋਚਦੇ ਹੋਏ ਨੇ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਲਏ ਨੇ ਅਬਦੁਲ ਖਾਨ ਨਵਾਬ ਨੇ। ਅਵਿਲੋਕਤ ਭਾ ਜੰਗ ਉਜਾਰੀ। ਔਰ ਆਪਣੇ ਸਾਹਮਣੇ ਆਪਣੀ ਫੌਜ ਦੀਆਂ ਲਾਸ਼ਾਂ ਵੇਖਣ ਲੱਗਾ ਹੈ। ਘੋੜੇ ਮਰੇ ਪਏ ਨੇ, ਜੰਗ ਦੇ ਜੋ ਉਜਾੜਾ ਹੋਇਆ, ਜੋ ਬਰਬਾਦੀ ਤਬਾਹੀ ਹੋਈ ਹੈ, ਅਬਦੁਲ ਖਾਨ ਨਵਾਬ ਨੇ ਵੇਖੀ ਹੈ। ਘਟਕਾ ਏਕ ਰਹਿਓ ਦਿਨ ਆਈ। ਸਾਧ ਸੰਗਤ ਜੀ, ਇੱਕ ਘੜੀ ਦਿਨ ਬਾਕੀ ਰਹਿ ਗਿਆ। ਸਵੇਰ ਦਾ ਜੰਗ ਛਿੜਿਆ, ਦੁਪਹਿਰਾ ਵੀ ਢਲ ਗਿਆ। ਸਾਰਾ ਦਿਨ ਲੜਾਈ ਹੁੰਦੀ ਰਹੀ, ਯੁੱਧ ਹੁੰਦਾ ਰਿਹਾ। ਹੁਣ ਸ਼ਾਮ ਦੇ ਹਨੇਰੇ ਦਾ ਰਹਿਰਾਸ ਦਾ ਟਾਈਮ ਹੋ ਚੱਲਿਆ ਹੈ। ਬਿਨਾ ਲੜੇ ਜੇ ਨਿਸਪਰ ਜਾਈ। ਅਬਦੁਲ ਖਾਨ ਸੋਚਦਾ ਇੱਕ ਘੜੀ ਦਿਨ ਬਾਕੀ ਰਹਿ ਗਿਆ,
ਤੇ ਜੇ ਰਾਤ ਪੈ ਗਈ, ਰਾਤੀ ਲੜਾਈ ਹੋਣੀ ਨਹੀਂ, ਤੇ ਕੱਲ੍ਹ ਨੂੰ ਪਤਾ ਨਹੀਂ ਮੈਨੂੰ ਬਦਲਾ ਲੈਣ ਦਾ ਮੌਕਾ ਮਿਲੇ ਜਾਂ ਨਾ ਮਿਲੇ। ਬਹੁਰ ਕਹਾਂ ਜਾਣੈ ਕਿਆ ਹੋਏ। ਫਿਰ ਪਤਾ ਨਹੀਂ ਕੀ ਹੋਣਾ ਹੈ। ਜ਼ਿੰਦਗੀ ਦਾ ਅੱਗੇ ਕੋਈ ਪਤਾ ਨਹੀਂ ਹੁੰਦਾ। ਮੇਰੇ 2 ਪੁੱਤਰ ਗੁਰੂ ਨੇ ਮਾਰ ਦਿੱਤੇ ਨੇ, ਜਵਾਨ ਪੁੱਤਰ। ਇੱਕ 22-23 ਸਾਲਾਂ ਦਾ ਸੀ, ਇੱਕ 18-19 ਸਾਲਾਂ ਦਾ ਸੀ। ਯਾਨੀ ਦੋਵੇਂ ਵੱਡੇ ਛੋਟੇ ਪੁੱਤਰ ਮਾਰੇ ਗਏ। ਨਬੀ ਬਖਸ਼ ਤੇ ਕਰੀਮ ਬਖਸ਼ ਉਹਨਾਂ ਦੀ ਮੌਤ ਦਾ ਬੜਾ ਭਾਰੀ ਦੁੱਖ ਮਨਾ ਰਿਹਾ ਅਬਦੁਲ ਖਾਨ ਨਵਾਬ। ਲਰਬੇ ਸਮਾਂ ਨ ਪ੍ਰਾਪਤ ਕੋਏ। ਕਹਿੰਦਾ ਜੇ ਅੱਜ ਮੈਂ ਗੁਰੂ ਤੋਂ ਬਦਲਾ ਨਾ ਲਿਆ, ਮੁੜ ਕੇ ਪਤਾ ਨਹੀਂ ਜ਼ਿੰਦਗੀ 'ਚ ਲੜਾਈ ਕਰਨ ਦਾ ਗੁਰੂ ਨਾਲ ਮੌਕਾ ਮਿਲੇਗਾ ਕਿ ਨਹੀਂ ਮਿਲੇਗਾ। ਸੈਨਾ ਪਤ ਜੁਤ ਸੁਤ ਮਰ ਗਏ। ਮੇਰੇ ਸਾਰੇ ਫੌਜ ਦੇ ਜਰਨੈਲ ਵੀ ਮਰ ਗਏ ਹਨ। ਸੈਨਾਪਤੀ ਸਾਰੇ ਮਰ ਗਏ, ਜਰਨਲ ਕਰਨਲ ਸਾਰੇ ਮਰ ਗਏ। ਹੁਣ ਮੇਰੇ ਕੋਲ ਮੈਂ ਹੀ ਹਾਂ ਤੇ ਪੁੱਤਰ ਵੀ ਮੇਰੇ ਮਾਰੇ ਗਏ ਹਨ। ਮਮ ਆਗੇ ਪ੍ਰਾਨਨ ਕੋ ਦਏ। ਮੇਰੇ ਪੁੱਤਰ ਮੇਰੇ ਤੋਂ ਪਹਿਲਾਂ ਮਾਰੇ ਗਏ ਹਨ। ਮੇਰੇ ਜਰਨੈਲ ਮੇਰੇ ਤੋਂ ਪਹਿਲਾਂ ਮਾਰੇ ਗਏ ਹਨ। ਜਿਨ ਕੇ ਬਿਨਾ ਲਰਨ ਤੇ ਸੈਨਾ। ਜਿਨ੍ਹਾਂ ਤੋਂ ਬਿਨਾਂ ਲੜਾਈ ਦਾ ਹੁਣ ਹੋਰ ਕੋਈ ਢੰਗ ਨਹੀਂ ਰਹਿ ਗਿਆ। ਫੌਜ ਵੀ ਨਿਰਾਸ਼ ਹੋ ਗਈ ਹੈ ਤੇ ਮੈਦਾਨ 'ਚੋਂ ਭੱਜਣ ਵਾਲੀ ਹੈ। ਹਟ ਕਰ ਥਰੀ ਅਗਰ ਕੋ ਹੈ ਨਾ। ਅੱਗੇ ਕੋਈ ਨਹੀਂ ਲੜ ਰਿਹਾ, ਸਾਰੇ ਪਿੱਛੇ ਹਟ ਕੇ ਖੜ ਗਏ ਨੇ। ਸਿਪਾਹੀ ਵੀ ਸਾਰਾ ਦਿਨ ਲੜ ਲੜ ਕੇ ਥੱਕ ਗਏ ਨੇ। ਇੱਕ ਮੈਂ ਰਹਿਓ ਮਰੋਂ ਕੇ ਮਾਰੋਂ। ਹੁਣ ਮੈਂ ਇਕੱਲਾ ਹੀ ਰਹਿ ਗਿਆ। ਹੁਣ ਮੈਂ ਗੁਰੂ ਨਾਲ 2 ਹੱਥ ਕਰਾਂਗਾ, ਜਾਂ ਤਾਂ ਗੁਰੂ ਨੂੰ ਮਾਰਾਂਗਾ ਤੇ ਜਾਂ ਗੁਰੂ ਦੇ ਹੱਥੋਂ ਮਰਾਂਗਾ। ਦੁਆ ਬਿਨ ਜੀਵਨ ਨਹੀਂ ਵਿਚਾਰੋਂ। ਦੋਵਾਂ ਗੱਲਾਂ 'ਚੋਂ ਇੱਕ ਗੱਲ ਹੋਵੇਗੀ, ਇਸ ਤੋਂ ਬਿਨਾਂ ਮੇਰੀ ਜ਼ਿੰਦਗੀ ਨਹੀਂ। ਭਾਵ ਜਾਂ ਮਾਰਾਂਗਾ ਗੁਰੂ ਨੂੰ ਤਾਂ ਜੀਆਂਗਾ, ਜਾਂ ਫਿਰ ਆਪ ਮਰ ਜਾਵਾਂਗਾ। ਜਿੰਨਾ ਚਿਰ ਮੈਂ ਗੁਰੂ ਹਰਗੋਬਿੰਦ ਨੂੰ ਮਾਰ ਨਹੀਂ ਲੈਂਦਾ, ਮੈਨੂੰ ਰੋਟੀ ਖਾਣੀ ਵੀ ਚੰਗੀ ਨਹੀਂ ਲੱਗਣੀ ਤੇ ਪਾਣੀ ਦਾ ਘੁੱਟ ਮੇਰੇ ਅੰਦਰ ਨਹੀਂ ਲੰਘਣਾ। ਦੋਨੋਂ ਖੱਤਰੀ ਜੀਵਤ ਜਾਣੇ। ਸਾਹਮਣੇ 2 ਖੱਤਰੀ ਖੜੇ ਸਨ, ਕਰਮ ਚੰਦ ਚੰਦੂ ਦਾ ਪੁੱਤਰ, ਰਤਨ ਚੰਦ ਭਗਵਾਨ ਦਾਸ ਦਾ ਪੁੱਤਰ। ਇਹਨਾਂ ਦੋਵਾਂ ਨੂੰ ਜਿਉਂਦਿਆਂ ਵੇਖ ਕੇ ਅਬਦੁਲ ਖਾਨ ਨੂੰ ਬੜਾ ਗੁੱਸਾ ਚੜਿਆ ਵੀ ਲੜਾਈ ਤਾਂ ਇਹਨਾਂ ਨੇ ਛੇੜੀ ਸੀ, ਇਹ ਆਪ ਤੇ ਜਿਉਂਦੇ ਪਏ ਆ ਤੇ ਮੇਰੇ ਪੁੱਤਰ ਮਰਵਾ ਦਿੱਤੇ ਹਨ। ਜਿਸ ਕੈ ਨਿਕਟ ਹਕਾਰਨ ਠਾਨੇ। ਗੁੱਸੇ 'ਚ ਆਏ ਹੋਏ ਅਬਦੁਲ ਖਾਨ ਨੇ 2 ਖੱਤਰੀਆਂ ਨੂੰ ਕੋਲ ਸੱਦ ਲਿਆ, ਕਰਮ ਚੰਦ ਨੂੰ ਤੇ ਰਤਨ ਚੰਦ ਨੂੰ। ਸਦਾ ਹੈ ਫਸਦ ਤੁਮਰੇ ਤਾਈ। ਤੇ ਅਬਦੁਲ ਖਾਨ ਕਹਿਣ ਲੱਗਾ ਬੜਾ ਅਫਸੋਸ, ਬਹੁਤ ਜ਼ਿਆਦਾ ਮੈਨੂੰ ਅਫਸੋਸ ਹੈ ਤੁਹਾਡੇ ਤੇ। ਨਹੀਂ ਭਏ ਗੁਰ ਸਨਮੁਖ ਜਾਈ। ਤੁਸੀਂ ਲੜਾਈ ਛੇੜੀ ਤੇ ਆਪ ਤੁਸੀਂ ਗੁਰੂ ਦੇ ਸਾਹਮਣੇ ਨਹੀਂ ਗਏ। ਮੇਰੇ ਪੁੱਤਰ ਮਰਵਾ ਦਿੱਤੇ, ਮੇਰੇ ਜਵਾਨ ਮਰਵਾ ਦਿੱਤੇ, ਮੇਰੀ ਫੌਜ ਮਰਵਾ ਦਿੱਤੀ ਤੇ ਆਪ ਤੁਸੀਂ ਲੁਕਦੇ ਫਿਰਦੇ ਹੋ। ਹੋਤੇ 5 ਸੂਰੇ ਸਰਦਾਰ। ਮੇਰੀ ਫੌਜ ਦੇ ਵੱਡੇ ਜਿਹੜੇ ਸੂਰਮੇ 5 ਫੌਜੀ ਜਰਨਲ ਸਨ, ਕਰਨਲ ਸਨ ਫੌਜ ਦੇ। 2 ਪੁੱਤਰ ਰਣ ਲੀਨੇ ਮਾਰ। ਤੇ ਮੇਰੇ ਗੱਭਰੂ 2 ਜਵਾਨ ਪੁੱਤਰ ਗੁਰੂ ਨੇ ਉਹ ਮਾਰ ਦਿੱਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੇ ਤੁਸੀਂ ਜਿਉਂਦੇ ਫਿਰਦੇ ਲੁਕਦੇ ਫਿਰਦੇ ਹੋ। ਲੜਾਈ ਤੁਹਾਡੇ ਪਿੱਛੇ ਹੋਈ ਹੈ, ਲੜਾਈ ਮੇਰੀ ਨਹੀਂ ਸੀ। ਅਬਦੁਲ ਖਾਨ ਦੀ ਗੁਰੂ ਸਾਹਿਬ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਤਾਂ ਰਤਨ ਚੰਦ ਦੇ ਆਖੇ ਲੱਗ ਕੇ ਆ ਗਿਆ। ਰਤਨ ਚੰਦ ਨੇ ਕਿਹਾ ਮੇਰਾ ਪਿਓ ਗੁਰੂ ਨੇ ਮਾਰ ਦਿੱਤਾ ਤੇ ਮੇਰੇ ਪਿਓ ਦਾ ਮੈਨੂੰ ਬਦਲਾ ਲੈ ਕੇ ਦਿਓ ਤੇ ਜਲੰਧਰ ਦੇ ਇੱਥੋਂ ਚੱਲ ਕੇ ਹਰਗੋਬਿੰਦਪੁਰ ਦਾ ਇਲਾਕਾ ਜਿਹੜਾ ਹੈ ਉਹ ਫਤਿਹ ਕਰਕੇ ਸਾਨੂੰ ਵਾਪਸ ਦਿਵਾਓ। ਸ੍ਰੀ ਹਰਗੋਬਿੰਦਪੁਰਾ ਪਿੰਡ ਦਾ ਨਾਮ ਤਾਂ ਬਾਬਾ ਬੁੱਢਾ ਜੀ ਨੇ ਅਜੇ ਰੱਖਣਾ ਹੈ। ਅੱਜ ਉਹਦਾ ਨਾਮ ਸ੍ਰੀ ਹਰਗੋਬਿੰਦਪੁਰਾ ਹੀ ਹੈ। ਪਹਿਲਾਂ ਉਸ ਵੇਲੇ ਜਦੋਂ ਜੰਗ ਚੱਲ ਰਿਹਾ, ਇਸ ਪਿੰਡ ਦਾ ਨਾਮ ਰੋਹੇਲਾ ਸੀ। ਸੋ ਰੋਹੇਲੇ ਪਿੰਡ ਦੀ ਜੂਹ ਦੇ ਵਿੱਚ ਜੰਗ ਹੋ ਰਿਹਾ ਹੈ। ਸ੍ਰੀ ਹਰਗੋਬਿੰਦਪੁਰ ਦੀ ਧਰਤੀ 'ਤੇ ਜੰਗ ਹੋ ਰਿਹਾ ਹੈ। ਅਬਦੁਲ ਖਾਨ ਆਪਣੇ ਕੋਲ ਖੜੇ ਰਤਨ ਚੰਦ ਤੇ ਕਰਮ ਚੰਦ ਨੂੰ ਲਾਹਨਤਾਂ ਪਾਉਂਦਾ ਹੈ। ਤੁਮ ਗੀਦੀ ਇਤ ਉਤ ਹੋਏ ਜਾਤੇ। ਮੇਰੇ ਬੰਦੇ ਮਰਵਾਤੇ ਤੇ ਗਿੱਦੜੋ, ਉਹ ਗੀਦੀਓ, ਕਾਇਰੋ, ਬੁੱਝ ਦਿਲੋ, ਪਾਪੀਓ, ਤੁਸੀਂ ਇੱਧਰ ਉੱਧਰ ਟਰਦੇ ਰਹੇ।
ਤੁਸੀਂ ਆਪਣੀ ਜਾਨ ਬਚਾ ਲਈ, ਮੇਰੇ ਜਵਾਨ ਪੁੱਤਰ ਮਰਵਾ ਦਿੱਤੇ ਨੇ। ਨਹੀਂ ਸ਼ਸਤਰ ਮਾਰਤ ਅਰ ਖਾਤੇ। ਤੁਸੀਂ ਮੈਦਾਨੇ ਜੰਗ ਵਿੱਚ ਗੁਰੂ ਦੇ ਸਾਹਮਣੇ ਕਿਉਂ ਨਹੀਂ ਗਏ? ਕਿਉਂ ਨਹੀਂ ਤੇਗਾ ਮਾਰੀਆਂ? ਕਿਉਂ ਨਹੀਂ ਵਾਰ ਕੀਤੇ ਤੇ ਕਿਉਂ ਨਹੀਂ ਵਾਰ ਰੋਕੇ? ਤੁਸੀਂ ਮੇਰੇ ਪੁੱਤਰ ਮਰਵਾਤੇ, ਮੇਰੀ ਫੌਜ ਮਰਵਾ ਦਿੱਤੀ ਸਾਰੀ। बीच कचहरी बात बनावो। ਕਚਹਿਰੀਆਂ 'ਚ ਜਾ ਕੇ ਤੁਸੀਂ ਬੜੀਆਂ ਗੱਲਾਂ ਕਰਦੇ ਹੋ, ਬੜੇ ਦਮਗਜੇ ਮਾਰਦੇ। ਉੱਥੇ ਤਾਂ ਤੂੰ ਕਹਿੰਦਾ ਸੀ ਕਚਹਿਰੀ ਵਿੱਚ ਵੀ ਗੁਰੂ ਕੋਲ ਤੇ ਫੌਜ ਹੀ ਕੋਈ ਨਹੀਂ, ਗੁਰੂ ਦੇ ਸਿੱਖ ਤਾਂ ਐਵੇਂ ਹੀ ਅਨਟ੍ਰੇਨਡ ਜੇ ਹਨ, ਇਕੱਠੇ ਕੀਤੇ ਜੱਟ ਬੂਟ ਝੀਵਰ ਤਰਖਾਣਾ। ਉਹ ਕੀ ਜਾਣਨ ਤੇਗ ਨੂੰ ਹੱਥ ਕਿੰਕੂ ਪਾਣਾ। ਗੁਰੂ ਨੇ ਜੱਟ ਝਿਊਰ ਨਾਈ ਛੀਂਬੇ ਤਰਖਾਣ ਇਕੱਠੇ ਕੀਤੇ ਨੇ, ਉਹ ਕਿੱਥੇ ਲੜਨਗੇ? ਤੇ ਉੱਥੇ ਤੇ ਤੁਸੀਂ ਆਪਣੇ ਆਪ ਨੂੰ ਬੜੇ ਸੂਰਮੇ ਕਹਾਉਂਦੇ ਸੀ, ਦਮਗਜੇ ਮਾਰਦੇ ਸੀ ਕਚਹਿਰੀ 'ਚ ਵੀ ਆਪਾਂ ਜਾਂਦਿਆਂ ਹੀ ਸਵੇਰ ਹੋਣ ਤੋਂ ਪਹਿਲਾਂ ਗੁਰੂ ਨੂੰ ਫੜ ਲੈਣਾ ਤੇ ਗੁਰੂ ਨੂੰ ਫੜ ਕੇ ਆਪਾਂ ਜੇਲ੍ਹ 'ਚ ਸਿੱਟ ਦੇਣਾ। ਤੇ ਹੁਣ ਤੁਸੀਂ ਲੁਕਦੇ ਫਿਰਦੇ ਹੋ ਲੜਾਈ ਦੇ ਵਿੱਚ। ਰਾਰ ਛੇਰ ਕਰ ਵੀਰ ਹਨਾਵੋ। ਤੁਸੀਂ ਲੜਾਈ ਛੇੜ ਕੇ ਬੰਦੇ ਮਰਵਾਉਣ ਜੋਗੇ ਹੀ ਹੋ। ਮੇਰੀ 15,000 ਫੌਜ ਤੁਸੀਂ ਮਰਵਾਤੀ, ਮੇਰੇ ਪੱਲੇ ਰਹਿਣ ਨਹੀਂ ਕੁਝ ਦਿੱਤਾ, ਮੇਰਾ ਖਾਨਾ ਖਰਾਬ ਕਰਤਾ, ਮੇਰੇ ਪੁੱਤਰ ਮਰਵਾਤੇ। ਜਿਹੜੇ ਪੁੱਤਰ ਦੋ ਮੇਰੇ ਇੰਨੇ ਗੱਭਰੂ ਸੋਹਣੇ ਨੌਜਵਾਨ ਜਿਹੜੇ ਜੰਗ ਦੇ ਮੈਦਾਨ ਵਿੱਚ ਮੇਰੀ ਫੌਜ ਦੇ ਮੋਹਰੀ ਤੁਰਦੇ ਸਨ, ਉਹ ਤੁਸੀਂ ਮਰਵਾ ਦਿੱਤੇ ਨੇ। ਅਬ ਮੁਝ ਸੰਗ ਅਗਾਰੀ ਚੱਲ ਹੋ। ਕਰਮ ਚੰਦ ਔਰ ਰਤਨ ਚੰਦ ਪੁਆੜਾ ਤੁਸੀਂ ਛੇੜਿਆ ਤੇ ਚੱਲੋ ਹੁਣ ਅੱਗੇ ਲੱਗੋ, ਮੇਰੀ ਫੌਜ ਦੇ ਅੱਗੇ ਚੱਲ ਕੇ ਗੁਰੂ ਨਾਲ ਲੜੋ। ਜਿਉਂ ਬੋਲਤ ਤਿਉਂ ਸ਼ਸਤਰ ਸੰਭਾਲੋ। ਜਿਵੇਂ ਤੁਸੀਂ ਫੜਾ ਮਾਰਦੇ ਸੀ ਵੀ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਹੁਣ ਸ਼ਸਤਰ ਸੰਭਾਲ ਕੇ ਉਹੀ ਕੰਮ ਕਰਕੇ ਦਿਖਾਓ। ਮੈਂ ਮੰਨਾਂ ਵੀ ਤੁਸੀਂ ਕੋਈ ਸੂਰਮੇ ਹੋ, ਕੋਈ ਬਹਾਦਰ ਹੋ। ਹਾਂਜੀ, ਭਏ ਖੂਰ ਨਹਿ ਬੋਲੇ ਬੈਨ। ਝੂਠੇ ਪੈ ਗਏ। ਕਰਮ ਚੰਦ ਤੇ ਰਤਨ ਚੰਦ ਕਿਰਾੜ ਝੂਠੇ ਪੈ ਗਏ। ਕਹਿੰਦੇ ਬੋਲ ਨਹੀਂ ਸਕੇ, ਅਬਦੁਲ ਖਾਂ ਦੇ ਸਾਹਮਣੇ ਗੱਲ ਨਹੀਂ ਆਈ ਇਹਨਾਂ ਨੂੰ। ਨਹੀਂ ਨਵਾਬ ਦਿਸ਼ਾ ਕਰ ਨੈਣ। ਅੱਖਾਂ ਨੀਵੀਆਂ ਕੀਤੀਆਂ ਹੋਈਆਂ, ਨਵਾਬ ਵੱਲ ਅੱਖ ਵੀ ਨਹੀਂ ਚੁੱਕ ਕੇ ਵੇਖਦੇ। ਅਬਦੁਲ ਖਾਨ ਤਬ ਹੁਕਮ ਬਖਾਨਾ। ਅਬਦੁਲ ਖਾਨ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ। ਬਜੇ ਦਮਾਮੇ ਨਾਦ ਮਹਾਨਾ। ਨਗਾਰੇ ਦੋਹਰੀਆਂ ਚੋਭਾਂ ਲੱਗ ਗਈਆਂ, ਬੜਾ ਭਿਆਨਕ ਆਵਾਜ਼ਾਂ ਨਿਕਲਿਆ, ਰਣ ਸਿੰਘੇ ਵੱਜੇ, ਕਿਉਂਕਿ ਸਾਰੀਆਂ ਫੌਜਾਂ ਦਾ ਵੱਡਾ ਜਰਨੈਲ ਖੁਦ ਜੰਗ ਨੂੰ ਚੜਿਆ ਹੈ। ਆਗੇ ਭਏ ਪਤਾਕਾ ਵਾਰੇ। ਅੱਗੇ ਨਿਸ਼ਾਨਾਂ ਵਾਲੇ ਨੇਜਿਆਂ ਵਾਲੇ ਅੱਗੇ ਤੁਰ ਪਏ ਨੇ ਨਿਸ਼ਾਨ ਲੈ ਕੇ। ਉਮੜੇ ਵੀਰ ਕ੍ਰੋਧ ਕਰ ਭਾਰੇ। ਔਰ ਝੰਡੇ ਝੂਲਦੇ ਨੇ, ਰਣ ਸਿੰਘੇ ਵੱਜਦੇ ਨੇ, ਨਗਾਰੇ ਵੱਜਦੇ ਨੇ। ਬੜੇ ਬੜੇ ਸੂਰਮੇ ਬਹਾਦਰ ਯੋਧੇ ਮੁਗਲ ਪਠਾਨ ਅਬਦੁਲ ਖਾਂ ਦੇ ਨਾਲ ਚੜ ਪਏ ਨੇ 6ਵੇਂ ਪਾਤਸ਼ਾਹ ਨੂੰ ਮਾਰਨ ਵਾਸਤੇ। ਚਲਿਓ ਨਵਾਬ ਆਪ ਧਰ ਕਰੋਧਾ। ਬੜੇ ਗੁੱਸੇ ਵਿੱਚ ਲਾਲ ਪੀੜਾ ਹੋਇਆ, ਆਪਣੇ ਪੁੱਤਰਾਂ ਦੀ ਮੌਤ ਦਾ ਬਦਲਾ ਲੈਣ ਲਈ ਜਲੰਧਰ ਦਾ ਸੂਬੇਦਾਰ ਅਬਦੁਲ ਖਾਨ ਚੜਿਆ ਹੈ। ਲੀਨੇ ਸਕਲ ਸਕੇਲ ਸੋ ਜੋਧਾ। ਚੰਗੇ ਚੰਗੇ 94 ਯੋਧੇ ਇਕੱਠੇ ਕਰ ਲਏ ਨੇ। ਜਹਰਨ ਖੇਤ ਗੁਰੂ ਭੱਟ ਠਾਂਡੇ। ਜਿੱਥੇ ਮੈਦਾਨੇ ਜੰਗ ਵਿੱਚ ਗੁਰੂ ਦੀ ਫੌਜ ਦੇ ਸੂਰਮੇ ਖੜੇ ਹਨ। ਰੋਪੇ ਪਾਏ ਸ਼ਸਤਰ ਗਹਿ ਗਾਡੇ। ਉੱਥੇ ਸਾਧ ਸੰਗਤ ਜੀ ਪੈਰ ਅੜਾ ਕੇ ਖੜ ਗਿਆ ਅਬਦੁਲ ਖਾਨ। ਗੁਰੂ ਦੀ ਫੌਜ ਵੀ ਉਧਰੋਂ ਆ ਖੜੀ ਹੈ ਜੰਗ ਦੇ ਲਈ ਤਿਆਰ ਹੋ ਕੇ। ਮਰੇ ਤੁਰਕ ਲਾਗੇ ਅੰਬਾਰਾ। ਅਬਦੁਲ ਖਾਨ ਨੇ ਵੇਖਿਆ ਅਬਦੁਲ ਖਾਨ ਦੀ ਫੌਜ ਮੈਦਾਨੇ ਜੰਗ 'ਚ ਥਾਂ ਥਾਂ ਤੇ ਮਰੀ ਪਈ, ਲਾਸ਼ਾਂ ਖਿਲਰੀਆਂ ਪਈਆਂ, ਅੰਬਾਰ ਲੱਗੇ ਪਏ, ਲਾਸ਼ਾਂ ਦੇ ਢੇਰ ਲੱਗੇ ਪਏ ਨੇ। ਹੈ ਪਰ ਹੈ ਮਰ ਗਿਰੇ ਉਦਾਰਾ। ਘੋੜੇ ਮਰ ਮਰ ਕੇ ਘੋੜਿਆਂ ਦੇ ਉੱਤੇ ਡਿੱਗੇ ਨੇ, ਜਵਾਨ ਜਵਾਨਾਂ ਤੇ ਡਿੱਗੇ ਨੇ। ਕੋਈ ਥੱਲੇ ਹੈ, ਕੋਈ ਉੱਤੇ ਹੈ। ਕੋਈ ਜਵਾਨ ਥੱਲੇ ਆ ਗਿਆ, ਘੋੜਾ ਉੱਤੇ ਡਿੱਗ ਪਿਆ। ਤੇ ਥੱਲੇ ਕੀ ਰਹਿੰਦਾ ਜਿਹਦੇ ਉੱਤੇ ਘੋੜਾ ਡਿੱਗ ਪਵੇ? ਬੰਦੇ ਉੱਦਾਂ ਹੀ ਮਰ ਜਾਂਦੇ ਦਬ ਦਬ ਕੇ।
ਸਵਾਨ ਸ਼੍ਰਿੰਗਾਲ ਮਾਸ ਕੋ ਖਾਤੇ। ਇਹਨਾਂ ਮੁਰਦਿਆਂ ਦਾ ਮਾਸ ਕੁੱਤੇ ਤੇ ਗਿੱਦੜ ਖਾਂਦੇ ਫਿਰਦੇ ਨੇ। ਭੂਤ ਪ੍ਰੇਤ ਡਾਕਨ ਡਰ ਕਾਤੇ। ਭੂਤ ਪ੍ਰੇਤ ਤੇ ਡੈਣਾ ਮਾਸ ਖਾ ਖਾ ਕੇ ਡਕਾਰ ਮਾਰਦੀਆਂ ਨੇ। ਭਇਓ ਰੁਦਰ ਫਿਰ ਬੇਕੋ ਸਮੋ। ਸ਼ਾਮ ਦਾ ਸਮਾਂ ਹੈ, ਰੁਦਰ ਦੇ ਫਿਰਨ ਦਾ ਸਮਾਂ ਹੈ। ਗਣ ਅਨੇਕ ਸੰਗ ਭੇ ਕਰ ਨਮੋ। ਕਹਿੰਦੇ ਰੁਦਰ ਜਿਹੜਾ ਮੌਤ ਦਾ ਦੇਵਤਾ, ਉਹ ਮੈਦਾਨੇ ਜੰਗ ਵਿੱਚ ਫਿਰਦਾ ਤੇ ਉਹਦੇ ਗਣ ਨਾਲ ਫਿਰਦੇ ਦੇਖਦੇ ਤਮਾਸ਼ਾ ਜੰਗ ਦਾ। ਰਣ ਬਚਿੱਤਰ ਕੋ ਹਰਖਿਓ ਹੇਰਤ। ਕਹਿੰਦੇ ਵੇਖ ਕੇ ਬਚਿੱਤਰ ਜੰਗ ਦੇ ਮੈਦਾਨ ਨੂੰ। ਗ੍ਰਿਜ ਪਿਸ਼ਾਚ ਕਾਕ ਗਨ ਟੇਰਤ। ਗਿੱਧਾਂ, ਪਿਸ਼ਾਚ, ਕਾਂ, ਕਈ ਕਿਸ ਕਿਸਮ ਦੀਆਂ ਰੂਹਾਂ ਮਾਸ ਖਾਣ ਵਾਲੀਆਂ ਮੈਦਾਨੇ ਜੰਗ ਵਿੱਚ ਉਹਨਾਂ ਮੁਰਦਿਆਂ ਦਾ ਮਾਸ ਖਾਂਦੀਆਂ ਤੇ ਲਹੂ ਪੀਂਦੀਆਂ ਨੇ। ਬਹੁ ਰਣ ਕੀਨ ਲਥੇਰ ਪਥੇਰਾ। ਕਹਿੰਦੇ ਲਥੇਰ ਪਥੇਰ ਹੋਈ ਪਈ ਹੈ ਮੈਦਾਨੇ ਜੰਗ ਵਿੱਚ। ਥਾਂ ਥਾਂ ਤੇ ਹਜ਼ਾਰਾਂ ਘੋੜੇ ਤੇ ਜਵਾਨ ਮਰੇ ਪਏ ਨੇ। ਵਿਧੀ ਚੰਦ ਸਿੱਖ ਵੀਰ ਵਡੇਰਾ। ਮਹਾਰਾਜ ਦੀ ਫੌਜ ਦਾ ਵੱਡਾ ਸੂਰਮਾ ਬਾਬਾ ਵਿਧੀ ਚੰਦ। ਪਿਖ ਤੁਰਕਨ ਕੋ ਗੁਰ ਢਿੱਗ ਗਇਓ। ਤੁਰਕਾਂ ਦੀ ਆਉਂਦੀ ਹੋਈ ਫੌਜ ਨੂੰ ਵੇਖ ਕੇ ਬਾਬਾ ਵਿਧੀ ਚੰਦ ਜੀ ਮਹਾਰਾਜ ਦੇ ਕੋਲ ਗਏ ਨੇ। ਸਗਰੋ ਭੇਤ ਸੁਨਾਵਤ ਭਇਓ। ਔਰ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਸਾਰੀ ਗੱਲਬਾਤ, ਸਾਰਾ ਭੇਤ ਜੰਗ ਦਾ ਦੱਸਿਆ ਹੈ। ਮਹਾਰਾਜ ਹਿਰ ਹੋ ਰਿਪ ਆਏ। ਇਹ ਮਹਾਰਾਜ, ਆਹ ਵੇਖੋ ਦੁਸ਼ਮਣ ਦੀ ਫੌਜ ਦਾ ਇੱਕ ਹੋਰ ਜਥਾ ਚੜ ਕੇ ਆ ਰਿਹਾ ਹੈ। ਰਹੇ ਇਤਿਕ ਭੇ ਮ੍ਰਿਤ ਸਮੁਦਾਏ। ਬਾਕੀ ਦੇ ਸਾਰੇ ਮਰ ਗਏ ਨੇ। ਜਿਹੜੇ ਬਚੇ ਖੁਜੇ ਸਿਪਾਹੀ ਸਨ, ਉਹਨਾਂ ਨੂੰ ਲੈ ਕੇ ਅਬਦੁਲ ਖਾਨ ਨਵਾਬ ਆਪ ਲੜਾਈ ਦੇ ਮੈਦਾਨ ਵੱਲ ਆ ਰਿਹਾ ਹੈ। ਅਬ ਕੇ ਮਚ ਹੈ ਜੰਗ ਬੜ ਭਾਰੀ। ਮਹਾਰਾਜ, ਐਤਕੀ ਬੜਾ ਜੰਗ ਮਚੇਗਾ। ਇਹ ਲੜਾਈ ਜ਼ਿਆਦਾ ਖਤਰਨਾਕ ਹੋਏਗੀ ਕਿਉਂਕਿ ਅਬਦੁਲ ਖਾਨ ਨਵਾਬ ਗੁੱਸੇ ਨਾਲ ਲਾਲ ਪੀਲਾ ਹੋ ਕੇ ਆਇਆ। ਉਹਦੇ 2 ਪੁੱਤਰ ਮਾਰੇ ਗਏ ਨੇ। ਆਪਣੇ ਜਵਾਨ ਪੁੱਤਰਾਂ ਦਾ ਬਦਲਾ ਲੈਣ ਆਇਆ ਹੈ। ਜੀਅਤ ਬਾਹਨੀ ਉਮੜੀ ਸਾਰੀ। ਮਹਾਰਾਜ, ਜਲੰਧਰ ਦੀ ਜਿੰਨੀ ਫੌਜ ਬਚੀ ਖੁਚੀ ਸੀ, ਉਹ ਚੜ ਕੇ ਸਾਰੀ ਆ ਗਈ ਆ ਹੁਣ। ਇਨਕੇ ਅੰਤ ਭਏ ਰਣ ਅੰਤ। ਮਹਾਰਾਜ, ਇਹ ਅਬਦੁਲ ਖਾਨ ਨੂੰ ਮਾਰ ਦਿਓ, ਇਹਦਾ ਭੋਗ ਪਾ ਦਿਓ। ਇਹਦੇ ਮਰਿਆਂ ਸਾਰੀ ਲੜਾਈ ਖਤਮ ਹੋ ਜਾਏਗੀ, ਜੰਗ ਸਮਾਪਤ ਹੋ ਜਾਏਗਾ। ਕਿਉਂਕਿ ਇਹੀ ਇਸ ਬਰਾਤ ਦਾ ਲਾੜਾ ਹੈ। ਇਹ ਫੌਜ ਦਾ ਜਨਰਲ ਅਬਦੁਲ ਖਾਨ ਵੱਡਾ, ਇਹ ਮਰਿਆ ਤੇ ਸਾਰੀ ਲੜਾਈ ਮੁੱਕੇਗੀ। ਹੋਵੈ ਗੋ ਅਬ ਗੁਰ ਭਗਵੰਤ। ਇਹ ਸਤਿਗੁਰੂ ਜੀ ਹੁਣ ਜੰਗ ਦਾ ਅੰਤ ਕਰ ਦਿਓ। ਸ੍ਰੀ ਹਰਿ ਗੋਬਿੰਦ ਸੁਣਤ ਉਚਾਰੇ। ਇਹ ਸੁਣ ਕੇ ਮਹਾਰਾਜ ਬੋਲੇ। ਉਤੇ ਪੰਜ ਸਰਦਾਰ ਸੋ ਮਾਰੇ। ਮਹਾਰਾਜ ਕਹਿੰਦੇ ਵਿਧੀ ਚੰਦ ਜੀ, ਜਿਹੜੇ 5 ਵੱਡੇ ਜਰਨੈਲ ਸੀ ਉਹ ਵੀ ਮਾਰੇ ਗਏ ਨੇ ਇਹਨਾਂ ਦੀ ਫੌਜ ਦੇ। ਦੁਆ ਨਵਾਬ ਕੇ ਸੁਤ ਹਤ ਹੋਏ। 2 ਨਵਾਬ ਦੇ ਪੁੱਤਰ ਮਾਰੇ ਗਏ ਨੇ, ਨਬੀ ਬਖਸ਼ ਤੇ ਕਰੀਮ ਬਖਸ਼। ਮੁਖ ਭਟ ਰਹਿਓ ਨਹੀਂ ਅਬ ਕੋਏ। ਹੁਣ ਅਬਦੁਲ ਖਾਨ ਦੇ ਕੋਲ ਮੁਖੀ ਜਰਨੈਲ ਕੋਈ ਨਹੀਂ ਰਿਹਾ। ਫੌਜ ਦਾ ਵੱਡਾ ਅਫਸਰ ਕੋਈ ਹੋਰ ਲੜਾਈ ਕਰਨ ਵਾਲਾ, ਜੰਗ ਜਿੱਤਣ ਵਾਲਾ ਨਹੀਂ ਰਿਹਾ। ਆਪੇ ਆਏ ਹੋ ਅਬਦੁਲ ਖਾਨ। ਹੁਣ ਹਾਰ ਕੇ ਅਬਦੁਲ ਖਾਨ ਆਪ ਹੀ ਆ ਗਿਆ। ਹੋਰ ਤਾਂ ਕੋਈ ਰਿਹਾ ਨਹੀਂ ਲੜਨ ਵਾਲਾ, ਕਮਾਨ ਸੰਭਾਲਣ ਵਾਲਾ। ਪੁੱਤਰ ਵੀ ਮਾਰੇ ਗਏ, ਜਰਨੈਲ ਵੀ ਮਾਰੇ ਗਏ। ਅਬਦੁਲ ਖਾਨ ਆਪ ਲੜਨ ਆਇਆ ਹੈ ਹੁਣ। ਰਣ ਕੀ ਚਾਹਤ ਵਿਜੈ ਮਹਾਨ। ਅਬਦੁਲ ਖਾਨ ਜੰਗ ਜਿੱਤਣਾ ਚਾਹੁੰਦਾ ਹੈ। ਅਪਰ ਤੁਰਕ ਸਭ ਸਿੱਖਨ ਮਾਰੇ। ਬਾਕੀ ਤੁਰਕ ਤੇ ਸਿੱਖਾਂ ਨੇ ਮਾਰ ਦਿੱਤੇ ਸਾਰੇ। ਰਹੇ ਸ਼ੇਸ਼ ਸੋ ਆਏ ਸਾਰੇ। ਜਿਹੜੇ ਬਾਕੀ ਬਚੇ ਹੁਣ ਸਾਰੇ ਇਕੱਠੇ ਹੋ ਕੇ ਆ ਗਏ ਨੇ। ਅਬ ਹੈ ਸੰਗ ਇਸ ਜੰਗ ਹਮਾਰਾ। ਮਹਾਰਾਜ ਕਹਿੰਦੇ ਬਾਬਾ ਵਿਧੀ ਚੰਦ, ਹੁਣ ਅਬਦੁਲ ਖਾਨ ਨਾਲ ਅਸੀਂ ਲੜਾਂਗੇ। ਇਹਦੇ ਨਾਲ ਸਾਡਾ ਜੰਗ ਹੋਏਗਾ ਤੇ ਅਸੀਂ ਜੰਗ ਨੂੰ ਅੰਤਮ ਛੂਹ ਦੇਵਾਂਗੇ। ਇਸ ਜੰਗ ਦਾ ਭੋਗ ਪਾਵਾਂਗੇ, ਇਸ ਲੜਾਈ ਦੀ ਸਮਾਪਤੀ ਕਰਾਂਗੇ। ਦੇਖੋ ਸਗਰੇ ਬਲ ਜਿਮ ਭਾਰਾ। ਦੇਖਾਂਗੇ ਇਹਨਾਂ ਦਾ ਬਲ ਕਿੰਨਾ ਕੁ ਹੈ, ਕਿੰਨੀ ਕੁ ਸ਼ਸਤਰ ਵਿਦਿਆ ਸਿੱਖਿਆ ਅਬਦੁਲ ਖਾਨ ਤੇ ਕਿੱਡਾ ਕੁ ਜਵਾਨ ਹੈ।
ਅੱਜ ਪਰਖਿਆ ਜਾਏਗਾ ਮੈਦਾਨੇ ਜੰਗ ਵਿੱਚ। ਕਰੋ ਨਿਦਾਨ ਤੁਰਕ ਗਨ ਕੇਰਾ। ਮਹਾਰਾਜ ਕਹਿੰਦੇ ਬਾਬਾ ਬਿਧੀ ਚੰਦ ਜੀ ਨਾ ਤੁਰਕਾਂ ਦਾ ਹੁਣ ਭੋਗ ਹੀ ਪਾ ਦਿਆਂਗੇ, ਸਮਾਪਤੀ ਕਰ ਦਿਆਂਗੇ ਇਹਨਾਂ ਦੀ। ਨਹੀਂ ਪ੍ਰਤਾਪ ਲਖਤ ਇਹ ਮੇਰਾ। ਇਹ ਸਾਡਾ ਪ੍ਰਤਾਪ ਨਹੀਂ ਜਾਣਦੇ, ਇਹਨਾਂ ਦੀ ਬੁੱਧੀ ਮੂੜ ਬੁੱਧੀ ਹੈ। ਇਹ ਗੁਰੂ ਨਾਨਕ ਦੀ ਮਹਿਮਾ ਤੋਂ ਅਣਜਾਣ ਹਨ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਵੱਡੇ ਸਤਿਗੁਰੂ ਜੀ ਦੀ ਮਹਿਮਾ ਤੋਂ ਅਣਜਾਣ ਇਹਨਾਂ ਦੁਸ਼ਟਾਂ ਨੂੰ ਅੱਜ ਗੁਰੂ ਨਾਨਕ ਦੀ ਮਹਿਮਾ ਯਾਦ ਕਰਾ ਦਿਆਂਗੇ। ਪ੍ਰਾਨ ਦੇਨ ਕੋ ਚਾਹਤ ਮਾਨੀ। ਇਹ ਮੂਰਖ ਆਪਣੀ ਜਾਨ ਦੇਣੀ ਚਾਹੁੰਦੇ ਆ, ਨਾ ਹੱਕੇ ਹੀ ਮਰਨਾ ਚਾਹੁੰਦੇ ਆ ਕੇ ਸਾਡੇ ਨਾਲ ਜੰਗ ਕਰਕੇ। ਸਨੇ ਸਨੇ ਸਭ ਹੋਵੇ ਹਾਨੀ। ਮਹਾਰਾਜ ਕਹਿੰਦੇ ਹੌਲੇ ਹੌਲੇ ਇਹਨਾਂ ਤੁਰਕਾਂ ਦਾ ਰਾਜ ਤੇਜ ਖਤਮ ਹੋ ਜਾਏਗਾ। ਹਿੰਦੁਸਤਾਨ ਵਿੱਚ ਇਹਨਾਂ ਦਾ ਤੇਜ ਪ੍ਰਤਾਪ ਮਿਟਾ ਕੇ ਰੱਖ ਦਿਆਂਗੇ। ਕਰਹਿ ਰਾਜ ਸਿੱਖ ਸੇਵਕ ਮੇਰੇ। ਸਮਾਂ ਆਏਗਾ ਮੇਰੇ ਸਿੱਖ ਸੇਵਕ ਰਾਜ ਕਰਨਗੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਗੁਰੂ ਨਾਨਕ ਦੇਵ ਜੀ ਨੇ ਮੱਕੇ 'ਚ ਕਾਜੀ ਰੁਕਨਦੀਨ ਨਾਲ ਗੱਲਬਾਤ ਕੀਤੀ ਹੈ। ਉਹ ਮੱਕੇ ਮਦੀਨੇ ਦੀ ਗੋਸ਼ਟ ਵੀ ਮੌਜੂਦ ਹੈ ਤੇ ਜਿਹੜਾ ਉੱਥੇ ਮਹਾਰਾਜ ਨੇ ਕਰਨੀਨਾਮਾ ਉਚਾਰਨ ਕੀਤਾ ਉਹਦੇ ਵਿੱਚ ਵੀ ਬਚਨ ਆਉਂਦੇ ਨੇ। ਸੁਣੋ ਕਾਜੀ ਰੁਕਨਦੀਨ ਸਿੰਘ ਕਰੇਂਗੇ ਰਾਜ, ਮਲੇਸ਼ ਸੇਖ ਸਭ ਨਿਵੇਂਗੇ। ਪੀਰ ਮੁਰੀਦ ਸਾਹਿਬ ਸੱਚੇ ਸਾਹਿਬ ਦੇ ਰਾਜ ਵਿੱਚ ਸਤਜੁਗ ਹੋਸੀ ਆਣ। ਤਾਬਿਆ ਚੱਲੇ ਪੰਥ ਕੀ, ਖਾਏ ਨਾ ਜਮ ਕਾ ਬਾਣ। ਤੇ ਨੀਲਾ ਬਾਣਾ ਪਹਿਰ ਕੇ ਚੜ ਪਈ ਫੌਜ ਅਕਾਲ ਕੀ, ਮੱਕੜੀ ਨਿਆਈ ਹੋਏ। ਨੀਲਾ ਬਾਣਾ ਪਹਿਰ ਕੇ ਅਵਰ ਨਾ ਦੀਸੇ ਕੋਏ। ਦਸਵਾਂ ਜਾਮਾ ਧਾਰ ਕੇ ਬੈਠੂ ਪੁਰ ਕਰਤਾਰ। ਰੰਗ ਜੇਬ ਬਾਦਸ਼ਾਹ ਸਿਓ ਜੁੱਧ ਕਰੂੰ ਬਹੁ ਬਾਰ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ। ਛਦਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਇਹ ਮਹਾਰਾਜ ਦੇ ਬਚਨ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ। ਛੇਵੇਂ ਪਾਤਸ਼ਾਹ ਉਹ ਬਚਨ ਫਿਰ ਦੁਹਰਾ ਰਹੇ ਨੇ। ਬਾਬਾ ਬਿਧੀ ਚੰਦ ਜੀ ਹੌਲੇ ਹੌਲੇ ਇਹਨਾਂ ਤੁਰਕਾਂ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਸੁੱਟ ਦਿਆਂਗੇ ਤੇ ਆਪਣੇ ਸਿੱਖਾਂ ਸੇਵਕਾਂ ਨੂੰ ਰਾਜ ਲੈ ਦਿਆਂਗੇ। ਦੇਸ ਕਾਮ ਪ੍ਰਾਨ ਇਸ ਬੇਰੇ। ਜਿਹੜੇ ਇਸ ਵੇਲੇ ਜੰਗ ਦੇ ਵਿੱਚ ਸਿੱਖ ਸ਼ਹੀਦੀਆਂ ਪਾ ਰਹੇ ਨੇ ਇਹ ਦੋ ਤਰ੍ਹਾਂ ਦੇ, ਇੱਕ ਸਾਕਾਮ ਇੱਕ ਨਿਸ਼ਕਾਮ। ਜਿਹੜੇ ਕੋਈ ਕਾਮਨਾ ਲੈ ਕੇ ਆਏ ਨੇ ਗੁਰੂ ਦੀ ਸੇਵਾ ਕਰਨ ਤੇ ਲੜਾਈ ਕਰਦੇ ਸ਼ਹੀਦ ਹੋ ਜਾਂਦੇ ਨੇ। ਨਿਸ਼ਕਾਮੀ ਕੇਵਲ ਕੋ ਪਾਵੈ। ਉਹਨਾਂ ਨੂੰ ਅਗਲਾ ਜਨਮ ਦਿਆਂਗੇ, ਦੁਬਾਰਾ ਆਉਣਗੇ। ਉਹ ਜਿਹੜੇ ਸਾਕਾਮ ਨੇ ਉਹਨਾਂ ਨੂੰ ਰਾਜ ਦੀ ਇੱਛਾ ਹੈ। ਜਿਹੜੇ ਰਾਜ ਦੀ ਇੱਛਾ ਵਾਲੇ ਨੇ ਜੰਗ ਕਰਦੇ ਕਰਦੇ ਸ਼ਹੀਦ ਹੋਣਗੇ, ਅਗਲਾ ਜਨਮ ਦਿਆਂਗੇ। ਸਿੱਖਾਂ ਦੇ ਘਰ ਫਿਰ ਜਨਮ ਹੋਏਗਾ। ਰਾਜੇ ਮਹਾਰਾਜੇ ਬਾਦਸ਼ਾਹ ਸਰਦਾਰ ਬਣ ਕੇ ਰਾਜ ਕਰਨਗੇ। ਜਿਹੜੇ ਇਸ ਜੰਗ 'ਚ ਨਿਸ਼ਕਾਮ ਹੋ ਕੇ ਲੜਨਗੇ, ਕੋਈ ਇੱਛਾ ਨਹੀਂ ਹੋਵੇਗੀ ਤੇ ਸ਼ਹੀਦ ਹੋ ਜਾਣਗੇ, ਉਹਨਾਂ ਨੂੰ ਨਾਲ ਲੱਗਦੀ ਮੁਕਤੀ ਮਿਲ ਜੇਗੀ, ਸੱਚਖੰਡ ਵਿੱਚ ਚਲੇ ਜਾਣਗੇ। ਅਕਾਲ ਪੁਰਖ ਦੀ ਜੋਤ ਵਿੱਚ ਜੋਤ ਰਲ ਜਾਏਗੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹਨਾਂ ਦੀ ਜੋਤ ਅਕਾਲ ਪੁਰਖ ਇੱਕਮਿਕ ਹੋ ਜਾਏਗੀ ਜਿਹੜੇ ਨਿਸ਼ਕਾਮ ਹੋਣਗੇ। ਸਾਧ ਸੰਗਤ ਜੀ ਸੇਵਾ ਦੋ ਤਰ੍ਹਾਂ ਨਾਲ ਹੁੰਦੀ, ਇੱਕ ਸਾਕਾਮ ਇੱਕ ਨਿਸ਼ਕਾਮ। ਸਾਕਾਮ ਹੁੰਦੀ ਹੈ ਵੀ ਗੁਰੂ ਸਾਹਿਬ ਜੀ ਮੈਂ ਸੇਵਾ ਕਰ ਰਿਹਾ, ਮੇਰਾ ਇਹ ਕੰਮ ਬਣ ਜਾਵੇ, ਮੇਰੇ ਬੱਚਿਆਂ ਦੀ ਸੈਟਿੰਗ ਹੋ ਜਾਵੇ, ਮੇਰੇ ਕਾਰੋਬਾਰ ਚੱਲ ਪੈਣ, ਮੇਰੀ ਫੈਕਟਰੀ ਚੱਲ ਪਵੇ, ਮੇਰੇ ਕਾਕੇ ਦੀ ਕੁੜਮਾਈ ਹੋ ਜਾਵੇ। ਇੱਦਾਂ ਦੀਆਂ ਮੰਗਾਂ ਲੈ ਕੇ ਗੁਰਦੁਆਰੇ 'ਚ ਸੇਵਾ ਕਰਦੇ ਗੁਰੂ ਮਹਾਰਾਜ ਉਹ ਮੰਗਾਂ ਪੂਰੀਆਂ ਕਰਦੇ ਆ ਤੇ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਉਂ ਸੱਚ ਹੋਵੇ। ਤੇ ਜਿਹੜੇ ਕਹਿੰਦੇ ਕੁਛ ਵੀ ਨਹੀਂ ਚਾਹੀਦਾ ਤੇ ਸੇਵਾ ਕਰਦੇ ਬਾਬੇ ਦੀ, ਉਹਨੂੰ ਕਹਿੰਦੇ ਨਿਸ਼ਕਾਮ, ਕੁਛ ਵੀ ਨਹੀਂ ਮੰਗਦੇ।
ਬਾਬੇ ਤੋਂ ਮੰਗਣਾ ਕੁਛ ਨਹੀਂ, ਸੇਵਾ ਕਰੀ ਜਾਣੀ। ਗੁਰਦੁਆਰੇ 'ਚ ਬਾਣੀ ਪੜ੍ਹਨੀ, ਸੇਵਾ ਕਰਨੀ, ਝਾੜੂ ਫੇਰਨਾ, ਮੰਗਣਾ ਕੁਛ ਨਹੀਂ। ਉਹਨਾਂ ਨੂੰ ਕੀ ਮਿਲਦਾ? ਉਹਨਾਂ ਨੂੰ ਬ੍ਰਹਮ ਗਿਆਨ ਮਿਲਦਾ, ਮੁਕਤੀ ਮਿਲਦੀ ਹੈ। ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ। ਮਹਾਰਾਜ ਕਹਿੰਦੇ ਜੰਗ ਦੇ ਮੈਦਾਨ ਵਿੱਚ ਵੀ ਜਿਹੜੇ ਸਾਕਾਮ ਨੇ ਉਹਨਾਂ ਦੀ ਕਾਮਨਾ ਪੂਰੀ ਕਰਾਂਗੇ। ਅਗਲਾ ਜਨਮ ਉਹਨਾਂ ਦਾ ਗੁਰਸਿੱਖਾਂ ਦੇ ਘਰ ਹੋਵੇਗਾ। ਅਗਲੇ ਜਨਮ 'ਚ ਫਿਰ ਰਾਜੇ ਮਹਾਰਾਜੇ ਬਣਨਗੇ। ਕੋਈ ਲਾਹੌਰ ਦਾ ਰਾਜਾ ਬਣੇਗਾ, ਕੋਈ ਦਿੱਲੀ ਦਾ ਰਾਜਾ ਬਣੇਗਾ, ਕੋਈ ਜਲੰਧਰ ਦਾ ਸੂਬੇਦਾਰ ਬਣੇਗਾ। ਧਰਤੀ ਦੇ ਸਿੰਘ ਰਾਜ ਕਰਨਗੇ। ਜਿਹੜੇ ਨਿਸ਼ਕਾਮ ਹੋ ਕੇ ਸ਼ਹੀਦ ਹੋਣਗੇ ਉਹ ਸਿੱਧੇ ਹੀ ਸੱਚਖੰਡ ਅਕਾਲ ਪੁਰਖ ਦੇ ਚਰਨਾਂ 'ਚ ਚਲੇ ਜਾਣਗੇ। ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਸਹਿਕਾਮੀ ਸਿੱਖ ਰਾਜ ਕਮਾਵੈ। ਸਹਿਕਾਮੀ ਸਿੱਖ ਤੇ ਰਾਜ ਕਮਾਣਗੇ। ਹਿੰਦ ਧਰਮ ਕੋ ਰਾਖੈ ਜਗ ਮੈਂ। ਹਿੰਦੂ ਧਰਮ ਨੂੰ ਬਚਾ ਲੈਣਗੇ। ਸਾਧ ਸੰਗਤ ਜੀ, ਇਹ ਜੇ ਕਲਗੀਆਂ ਵਾਲੇ ਪਾਤਸ਼ਾਹ ਜਾਂ ਛੇਵੇਂ ਪਾਤਸ਼ਾਹ ਇਹ ਖਾਲਸਾ ਨਾ ਸਾਜਦੇ, ਜੰਗ ਯੁੱਧ ਨਾ ਕਰਦੇ ਤੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ। ਸਾਰੇ ਪਾਸੇ ਮੁਸਲਮਾਨ ਹੀ ਮੁਸਲਮਾਨ ਹੋਣੇ ਸੀ, ਹਿੰਦੂ ਨਜ਼ਰ ਨਹੀਂ ਸੀ ਆਉਣੇ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲ ਤੱਕ ਤੇਬਨ ਕੁਰਾਨ ਕੀ। पाप ही परपख जाते धर्म तसक जाते वर्ण गरक जाते साहित्य विधान की। देवी देव देव रे संतोख सिंह दूर होते ते रीत मिट जाती कथा बेदन पुराण की। श्री गुरु गोबिंद सिंह पावन परम सूर मूर्त न होती जो पै करुणा निधान की। जो किरपा दे सागर पातशाह अवतार ना धार दे हिंदू धर्म नूं दुनिया तो मिटाण दीआं कोशिशां औरंगजेब कर रहा सी। भावें अज ਸਾਰੇ ਤਾਂ ਨਹੀਂ ਕਹਿ ਸਕਦੇ, ਪਰ ਕੁਝ ਇਹੋ ਜਿਹੇ ਵੀ ਲੋਕ ਨੇ ਜਿਹੜੇ ਗੁਰੂ ਮਹਾਰਾਜ ਦੇ ਉਪਕਾਰ ਨੂੰ ਭੁੱਲ ਗਏ ਨੇ। ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ, ਯਾਦ ਰੱਖਣ ਵਾਲੇ ਵੀ ਵਿੱਚੇ ਨੇ, ਪਰ ਬਹੁਤੇ ਅੱਜ ਕੱਲ੍ਹ ਜਿਹੜੇ ਨਸ਼ੇ 'ਚ ਆ ਗਏ, ਹਕੂਮਤ ਦਾ ਨਸ਼ਾ, ਪੈਸੇ ਦਾ ਨਸ਼ਾ, ਉਹ ਭੁੱਲ ਗਏ ਨੇ ਵੀ ਸਾਡੇ ਵਾਸਤੇ ਮਹਾਰਾਜ ਨੇ ਕਿੰਨੇ ਜੰਗ ਲੜੇ, ਕਿੰਨੀਆਂ ਕੁਰਬਾਨੀਆਂ ਕੀਤੀਆਂ। ਮਹਾਰਾਜ ਕਹਿੰਦੇ ਮੇਰੇ ਸਿੰਘ ਰਾਜ ਕਰਨਗੇ ਤੇ ਹਿੰਦੂ ਧਰਮ ਨੂੰ ਬਚਾ ਲੈਣਗੇ। ਹਾਂਜੀ, ਚਲਹਿ ਚਲਾਵਹਿ ਸਿੱਖੀ ਮਗ ਮੈਂ। ਸਿੱਖੀ ਮਾਰਗ 'ਚ ਤੋਰਨਗੇ। ਸਾਧ ਸੰਗਤ ਜਿਹੜੇ ਮੁਸਲਮਾਨਾਂ ਨੇ ਮੰਦਰ ਤੋੜ ਦਿੱਤੇ, ਖਾਲਸੇ ਨੇ ਫਿਰ ਬਣਾ ਦਿੱਤੇ। ਜਿਹੜਾ ਵਿਸ਼ਵਨਾਥ ਕਾਸ਼ੀ ਦਾ ਮੰਦਰ ਹੈ ਨਾ, ਔਰੰਗਜ਼ੇਬ ਨੇ ਤੋਪਾਂ ਡਾਹ ਕੇ ਉਡਾ ਦਿੱਤਾ ਸੀ, ਖਤਮ ਕਰਤਾ ਸੀ। ਉੱਥੇ ਮਸਜਿਦ ਬਣਾਤੀ ਸੀ। ਬਾਬਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਸਮਾਂ ਆਇਆ, ਫਿਰ ਦੁਬਾਰਾ ਉਹ ਮੰਦਰ ਬਣਾਤਾ। ਨਾਲੇ ਉੱਥੇ ਕਈ ਮਣ ਸੋਨਾ ਉੱਥੇ ਲਵਾਇਆ ਬਾਬਾ ਮਹਾਰਾਜਾ ਰਣਜੀਤ ਸਿੰਘ ਨੇ। ਜਿਹੜੇ ਹਿੰਦੂਆਂ ਦੇ ਮੰਦਰ ਢਾਹ ਦਿੱਤੇ, ਉਹ ਸਿੰਘਾਂ ਨੇ ਫਿਰ ਬਣਾ ਦਿੱਤੇ। ਮਹਾਰਾਜ ਕਹਿੰਦੇ ਇਹਨਾਂ ਨੂੰ ਬਚਾ ਲੈਣਗੇ ਸਿੰਘ ਆ ਕੇ। ਪੁਨ ਅੰਮ੍ਰਿਤ ਹੋਏ ਮੋਹੇ ਮਿਲ ਆਏ। ਫਿਰ ਇਹ ਜਿਹੜੇ ਸਿੰਘ ਰਾਜ ਕਰਨਗੇ, ਜਦੋਂ ਇਹਨਾਂ ਦਾ ਸਮਾਂ ਪੂਰਾ ਹੋਏਗਾ, ਜ਼ਿੰਦਗੀ ਦਾ ਸਮਾਪਤੀ ਹੋਵੇਗੀ, ਫਿਰ ਮੇਰੇ ਕੋਲ ਆ ਜਾਣਗੇ। ਰਾਜੇ ਵੀ ਬਣਨਗੇ, ਤਪ ਕਰਕੇ ਰਾਜੇ ਬਣਨਗੇ, ਰਾਜ ਕਰਕੇ ਗੁਰੂ ਕੋਲ ਜਾਣਗੇ। ਨਹੀਂ ਤਾਂ ਕਹਿੰਦੇ ਨਾ ਵੀ ਤਪੋਂ ਰਾਜ ਤੇ ਰਾਜੋਂ ਨਰਕ ਹੁੰਦਾ, ਪਰ ਸਿੱਖਾਂ ਵਾਸਤੇ ਮਹਾਰਾਜ ਕਹਿੰਦੇ ਨਰਕ ਨਹੀਂ ਹੋਵੇਗਾ। ਰਾਜੇ ਹੋਣਗੇ, ਧਰਮ ਦਾ ਰਾਜ ਕਰਕੇ ਫਿਰ ਵੀ ਮੁਕਤੀ ਦਿਆਂਗਾ, ਆਪਣੇ ਚਰਨਾਂ ਵਿੱਚ ਥਾਂ ਦਿਆਂਗੇ। ਸ਼ੁਭ ਗਤ ਕੋ ਪ੍ਰਾਪਤ ਹੋਏ ਜਾਏ। ਸ਼ੁਭ ਗਤੀ ਨੂੰ ਪ੍ਰਾਪਤ ਹੋ ਜਾਣਗੇ, ਭਾਵ ਮੁਕਤੀ ਮਿਲ ਜਾਏਗੀ ਇਹਨਾਂ ਨੂੰ। ਇਮ ਕਹਿ ਗੁਰ ਕੋ ਬਜੋ ਨਗਾਰਾ। ਏਦਾਂ ਕਹਿ ਕੇ ਮਹਾਰਾਜ ਨੇ ਨਗਾਰਾ ਵਜਾਤਾ। ਬਾਬਾ ਬਿਧੀ ਚੰਦ ਜੀ ਨੂੰ ਕਿਹਾ ਵੀ ਨਗਾਰੇ ਦੇ ਚੋਭਾਂ ਲਵਾ ਦਿਓ। ਨਗਾਰਚੀ ਨੂੰ ਹੁਕਮ ਦਿੱਤਾ। ਨਗਾਰਚੀ ਨੇ ਮਹਾਰਾਜ ਦਾ ਨਗਾਰਾ ਜਿਹੜਾ ਸੀ ਨਾ, ਗੁਰੂ ਖਾਲਸੇ ਦੀ ਫੌਜ ਦਾ ਨਗਾਰਾ ਸੀ, ਉਹ ਵਜਾ ਦਿੱਤਾ। ਸਾਵਧਾਨ ਪੇ ਸਿੱਖ ਜੁਝਾਰਾ। ਸੂਰਮੇ ਸਿੱਖ ਤਿਆਰ ਬਰ ਤਿਆਰ ਹੋ ਗਏ ਲੜਾਈ ਨੂੰ। ਦੋਏ ਪਹਿਰ ਲਗ ਮਾਚਿਓ ਜੰਗ। 2 ਪਹਿਰ ਲੜਾਈ ਮਚੀ। ਫਿਰ ਠਾਠ ਸਾਰਾ ਦਿਨ ਲੜਾਈ ਹੁੰਦੀ ਰਹੀ ਸੀ। ਬੜਾ ਘਮਸਾਨ ਦਾ ਯੁੱਧ ਹੋਇਆ ਸੀ। ਭਏ ਸ਼ਰਮਤ ਲੜਤੇ ਰਿਪ ਸੰਗ। ਲੜਦੇ ਲੜਦੇ ਸਿੱਖ ਥੱਕ ਗਏ ਸਨ। ਸ੍ਰੀ ਹਰਿ ਗੋਬਿੰਦ ਚਲੇ ਅਗਾਰੀ। ਹੁਣ ਮਹਾਰਾਜ ਆਪ ਘੋੜਾ ਅੱਗੇ ਕੀਤਾ ਛੇਵੇਂ ਪਾਤਸ਼ਾਹ ਜੀ ਨੇ। ਚਹਿਤ ਕਰਿਓ ਪੁਰਸ਼ਾਰਥ ਭਾਰੀ। ਹੁਣ ਮਹਾਰਾਜ ਛੇਵੇਂ ਪਾਤਸ਼ਾਹ ਆਪ ਯੁੱਧ ਕਰਨਾ ਚਾਹੁੰਦੇ ਨੇ। ਹਨਿਓ ਚਹਿ ਤਬ ਅਬਦੁਲ ਖਾਨ। ਹੁਣ ਅਬਦੁਲ ਖਾਨ ਦਾ ਭੋਗ ਪਾਣਾ। ਅਬਦੁਲ ਖਾਨ ਜਲੰਧਰ ਦੇ ਸੂਬੇਦਾਰ ਨੂੰ ਸਤਿਗੁਰੂ ਮਾਰਨ ਚੱਲੇ ਨੇ।
ਦੋਹ ਦਿਸ਼ ਕੇ ਛੁੱਟ ਰਹੇ ਨਿਸ਼ਾਨ। ਨਿਸ਼ਾਨਾਂ ਦੇ ਫਰਲੇ ਦੋਹਾਂ ਪਾਸਿਆਂ ਦੇ ਖੋਲ ਦਿੱਤੇ। ਨਿਸ਼ਾਨਾਂ ਦੇ ਫਰਲੇ ਹਵਾ ਵਿੱਚ ਉੱਡੇ ਨੇ। ਇਧਰੋਂ ਸਿੱਖਾਂ ਦੇ, ਉਧਰੋਂ ਹੈਦਰੀ ਝੰਡਾ ਮੁਸਲਮਾਨਾਂ ਦਾ ਵੀ ਖੁੱਲਿਆ ਹੈ। ਹਾਂਜੀ। ਬਾਜਨ ਲਗੇ ਜੁਝਾਊ ਬਾਜੇ, ਔਰ ਜੁਝਾਊ ਬਾਜੇ ਵੱਜਣ ਲੱਗੇ। ਨਗਾਰੇ, ਰਣ ਸਿੰਘੇ, ਤੁਰਰੀਆਂ, ਪਟੇ, ਜੰਗ ਦੇ ਬਾਜੇ ਵੱਜੇ ਨੇ। ਭਇਓ ਨੇਰ ਪੁਨ ਜੋਧਾ ਗਾਜੇ, ਔਰ ਇੱਕ ਦੂਜੀ ਦੇ ਨੇੜੇ ਹੋ ਕੇ ਜੋਧੇ ਗੱਜਣ ਲੱਗੇ ਨੇ। ਛੂਟਨ ਲਗੀ ਤੁਫੰਗਾ ਫੇਰ, ਫਿਰ ਗੋਲੀਆਂ ਚੱਲਣ ਲੱਗੀਆਂ ਨੇ। ਕਾੜ ਕਾੜ ਕਰਦੀਆਂ ਗੋਲੀਆਂ ਚਲੀਆਂ, ਬੰਦੂਕਾਂ ਚਲੀਆਂ ਨੇ। ਫੇਰ ਤਫੇਰ ਫੇਰ ਹੈ ਛੇਰ, ਔਰ ਕਹਿੰਦੇ ਘੋੜੇ ਦੌੜ ਦੌੜ ਕੇ ਸੂਰਮੇ ਨਿਸ਼ਾਨੇ ਲਾਉਂਦੇ ਨੇ। ਨਿਕਸ ਗੋਲ ਤੇ ਤੁਪਕ ਪ੍ਰਹਾਰਾ, ਆਪਣੇ ਘੇਰੇ ਚੋਂ ਨਿਕਲ ਕੇ ਦੁਸ਼ਮਣ ਤੇ ਗੋਲੀ ਚਲਾਉਂਦੇ ਨੇ। ਦੂਸਰ ਆਏ ਬਿਲੋਕ ਬੰਗਾਰਾ, ਔਰ ਆ ਕੇ ਵੰਗਾਰਦੇ ਨੇ ਇੱਕ ਦੂਜੇ ਨੂੰ। ਸਿੱਖ ਜਾਏ ਤੁਰਕਨ ਕੋ ਗੇਰ ਹੈ, ਇਧਰੋਂ ਸਿੱਖ ਜਾਂਦੇ ਨੇ, ਦੁਸ਼ਮਣ ਤੇ ਗੋਲੀ ਵਰਾ ਕੇ ਆ ਜਾਂਦੇ ਨੇ। ਤੁਰਕ ਆਏ ਹੱਥ ਆਗੋ ਘੇਰ ਹੈ, ਤੁਰਕ ਸਿੱਖਾਂ ਨੂੰ ਆ ਕੇ ਮਾਰਦੇ ਨੇ ਤੇ ਅੱਗਾ ਰੋਕਦੇ ਨੇ ਇੱਕ ਦੂਜੀ ਦਾ। ਸ੍ਰੀ ਸਤਿਗੁਰ ਕਰ ਚਾਂਪ ਕਰਾਲਾ, ਮਹਾਰਾਜ ਹੱਥ ਵਿੱਚ ਭਾਰੀ ਧਨੁਸ਼ ਲੈ ਕੇ ਚੁਟਕੀ ਫੇਰ ਹੈ ਬਾਣ ਬਿਸਾਲਾ, ਆਪਣੇ ਹੱਥ 'ਚ ਚੁਟਕੀ 'ਚ ਤੀਰ ਘੁਮਾਇਆ ਹੈ। ਕੀਨਸ ਤੇਜ ਤੁਰੰਗਮ ਭਾਰਾ, ਛੇਵੇਂ ਪਾਤਸ਼ਾਹ ਆਪਣਾ ਘੋੜਾ ਤੇਜ਼ ਕਰ ਲਿਆ। ਇਤ ਉਤ ਸਨਮੁਖ ਬਲੀ ਉਦਾਰਾ, ਬੜਾ ਬਲੀ ਘੋੜਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ। ਦੇਖਤ ਹੈ ਸ਼ਤਰਨ ਦਲ ਬ੍ਰਿੰਦੰ, ਵੈਰੀ ਦੀ ਫੌਜ ਦੇਖ ਕੇ ਜਹਾਂ ਨਵਾਬ ਸਸ਼ੋਕ ਬਿਲੰਦੰ, ਜਿੱਥੇ ਨਵਾਬ ਅਬਦੁਲ ਖਾਨ ਬੜੇ ਸ਼ੋਕ ਵਿੱਚ ਆਪਣੇ ਪੁੱਤਰਾਂ ਦੀ ਮੌਤ ਦੇ ਗਮ ਵਿੱਚ ਡੁੱਬਿਆ ਖੜਾ ਹੈ। ਪ੍ਰੇਰੇ ਕਾਲ ਅਗਾਰੀ ਖਰੇ, ਕਹਿੰਦੇ ਮੁਕਾਲ ਦਾ ਪ੍ਰੇਰਿਆ ਅੱਗੇ ਵੱਧ ਰਿਹਾ ਹੈ। ਸਤਿਗੁਰ ਤੀਰ ਪ੍ਰਹਾਰਨ ਕਰੇ, ਜਿਹੜੇ ਜਿਹੜੇ ਮਹਾਰਾਜ ਦੇ ਸਾਹਮਣੇ ਆਏ ਗੁਰੂ ਜੀ ਤੀਰਾਂ ਨਾਲ ਪਰੋ ਕੇ ਸੁੱਟੀ ਗਏ। ਈਛਨ ਭੀਛਨ ਈਛਨ ਹੇਰੇ, ਮਹਾਰਾਜ ਨੇ ਆਪਣੇ ਨੇਤਰਾਂ ਨਾਲ ਭੀਖੇ ਤਿੱਖੇ ਭਿਆਨਕ ਤੀਰ ਛੱਡੇ। ਚਲੇ ਸਰਪ ਸਮ ਸ਼ੂਕ ਬਡੇਰੇ, ਜਿਵੇਂ ਸੱਪ ਫੁਕਾਟੇ ਮਾਰਦਾ ਨਾ, ਏਦਾਂ ਸੱਪ ਦੀ ਤਰ੍ਹਾਂ ਸ਼ੂਕਦੇ ਹੋਏ ਜਾਂਦੇ ਤੀਰ। ਸ਼ਤਰਨ ਕੇ ਸਰੀਰ ਇਮ ਬਰੈ, ਕਹਿੰਦੇ ਸੂਰਮਿਆਂ ਦੇ ਸ਼ਤਰੂਆਂ ਦੇ ਸਰੀਰਾਂ 'ਚ ਇਉਂ ਵੜ ਜਾਂਦੇ ਤੀਰ। ਵਰਮੀ ਮਹਿ ਪ੍ਰਵੇਸ਼ ਜਿਮ ਕਰੈ, ਜਿਵੇਂ ਉੱਡਣਾ ਸੱਪ ਖੁੱਡ 'ਚ ਵੜ ਜਾਂਦਾ ਹੋਵੇ। ਇਕ ਤਨ ਫੋਰ ਪਾਰ ਹੋਏ ਜਾਏ, ਮਹਾਰਾਜ ਦਾ ਤੀਰ ਇੱਕ ਬੰਦੇ ਨੂੰ ਲੱਗਦਾ, ਉਹਨੂੰ ਪਾੜ ਕੇ ਪਾਰ ਲੰਘ ਜਾਂਦਾ। ਪੁਨ ਦੂਸਰ ਕੇ ਪਾਰ ਸਿਧਾਏ, ਫਿਰ ਦੂਜੇ ਨੂੰ ਵੱਜ ਕੇ ਪਾਰ ਹੋ ਜਾਂਦਾ ਉਹੀ ਤੀਰ। ਜੋਧਾ ਕਹਿ ਤੁਰੰਗ ਹੋਏ ਕੋਏ, ਜਿਹੜਾ ਵੀ ਸਾਹਮਣੇ ਆ ਗਿਆ ਤੀਰ ਆ ਗਿਆ, ਤੀਰ ਤੇ ਘੋੜਾ ਆ ਗਿਆ ਜਾਂ ਬੰਦਾ ਆ ਗਿਆ, ਉਹ ਬਚਦਾ ਨਹੀਂ। ਵੇਦਤ ਜਾਤ ਸਰਬ ਸਰਜ ਸੋਏ, ਮਹਾਰਾਜ ਦਾ ਤੀਰ ਵਿੰਨਦਾ ਹੀ ਜਾਂਦਾ ਹੈ। ਧਰ ਪਰ ਹੈ ਦੜਾ ਦੜ ਜੋਧੇ, ਧਰਤੀ ਤੇ ਸੂਰਮੇ ਦੜਾ ਦੜ ਡਿੱਗਦੇ ਹਨ। ਦੇਖਤ ਮਹਾ ਤੁਰਕ ਗਨ ਕ੍ਰੋਧੇ, ਔਰ ਤੁਰਕਾਂ ਨੂੰ ਬੜਾ ਗੁੱਸਾ ਚੜਦਾ ਜਦੋਂ ਉਹਨਾਂ ਦੇ ਬੰਦੇ ਇਸ ਤਰ੍ਹਾਂ ਗੁਰੂ ਦੇ ਤੀਰਾਂ ਨਾਲ ਮਰਨ ਲੱਗੇ। ਵੇਦ ਹੈ ਦੂਰ ਖਰੇ ਹੀ ਤੀਰ, ਗੁਰੂ ਦੇ ਤੀਰ ਦੂਰੋਂ ਹੀ ਵਿੰਨ ਸੁੱਟੀ ਜਾਂਦੇ ਨੇ ਦੁਸ਼ਮਣ ਨੂੰ। ਮਾਰ ਮਾਰ ਕਿਉਂ ਮਰਹੁ ਨਾ ਵੀਰ, ਆਪਣੇ ਯੋਧਿਆਂ ਨੂੰ ਅਬਦੁਲ ਖਾਨ ਕਹਿੰਦਾ ਬਹਾਦਰੋ ਤਗੜੇ ਹੋ ਜਾਓ, ਗੁਰੂ ਨੂੰ ਮਾਰ ਲਵੋ। ਇਮ ਕਹਿ ਵਧੇ ਤੁਰਕ ਗਨ ਆਗੇ, ਏਦਾਂ ਕਹਿ ਕੇ ਅਬਦੁਲ ਖਾਨ ਨੇ ਆਪਣੀ ਫੌਜ ਅੱਗੇ ਵਧਾਈ ਹੈ। ਧਰ ਜਵਾਲਾ ਬਮਣੀ ਰਿਸ ਜਾਗੇ, ਬੰਦੂਕਾਂ ਹੱਥ ਵਿੱਚ ਫੜੀਆਂ, ਗੁੱਸਾ ਚੜਿਆ ਹੋਇਆ, ਗੋਲੀਆਂ ਭਰਾਈ ਜਾਂਦੇ ਨੇ। ਕੜਾ ਕੜੀ ਇੱਕ ਬਾਰ ਚਲਾਈ, ਕਾੜ ਕਾੜ ਕਰਦੀਆਂ ਇੱਕ ਵਾਰੀ ਚਲਾ ਦਿੱਤੀਆਂ ਨੇ। ਗੁਰਦਲ ਪਰ ਗੁਲ ਕਾਂਬਰ ਖਾਈ, ਗੁਰੂ ਦੀ ਫੌਜ ਤੇ ਅਬਦੁਲ ਖਾਨ ਦੀ ਫੌਜ ਨੇ ਗੋਲੀਆਂ ਦਾ ਮੀਂਹ ਭਰਾ ਦਿੱਤਾ। ਜਬ ਹੈ ਲਗੀ ਸਿੱਖਨ ਤਨ ਗੋਰੀ, ਜਦੋਂ ਸਿੱਖਾਂ ਦੇ ਸਰੀਰਾਂ ਨੂੰ ਗੋਲੀਆਂ ਲੱਗੀਆਂ, ਰਿਸ ਜਾਗੀ ਗਮਨੇ ਰਿਪ ਓਰੀ, ਗੁੱਸਾ ਹੋਰ ਵੱਧ ਗਿਆ ਤੇ ਦੁਸ਼ਮਣ ਵੱਲ ਅੱਗੇ ਵਧੇ ਹਨ ਸਿੱਖ। ਚੋਰ ਤਫੰਗਣ ਘਾਲਿਓ ਜ਼ੋਰ, ਕਹਿੰਦੇ ਗੋਲੀਆਂ ਚਲਾ ਕੇ ਜ਼ੋਰ ਪਾਤਾ ਦੁਸ਼ਮਣ ਦੇ ਉੱਤੇ। ਉਨ ਬਾਰੂਦ ਪਾਏ ਕਰ ਔਰ, ਫਿਰ ਹੋਰ ਬਰੂਦ ਪਾ ਕੇ ਗਜ ਸੋਂ ਠੋਕਤ ਪਾਏ ਦਗੋਰੀ, ਕਹਿੰਦੇ ਦੋ ਗੋਲੀਆਂ ਪਾ ਕੇ ਗਜਾਂ ਨਾਲ ਠੋਕਦੇ ਨੇ। ਕਰਤ ਸ਼ੀਗਰਤਾ ਰਿਪ ਦਿਸ਼ ਛੋਰੀ, ਔਰ ਛੇਤੀ ਨਾਲ ਵੈਰੀਆਂ ਵੱਲ ਚਲਾਉਂਦੇ ਨੇ। ਦੋਹੇ ਦਿਸ਼ ਮਾਚਿਓ ਰਣ ਕਮਸਾਨਾ, ਦੋਹਾਂ ਪਾਸਿਆਂ ਤੋਂ ਜੰਗ ਚ ਘਮਸਾਣ ਦਾ ਮਚਿਆ। ਭਇਓ ਤੁਮਲ ਬੜ ਰੌਰ ਉਠਾਨਾ, ਤੁਮਲ ਜੁੱਧ ਹੋ ਰਿਹਾ, ਬੜਾ ਰੌਲਾ ਪਿਆ। ਚਾਂਪ ਕਠੋਰਨ ਤੇ ਸਰ ਚਾਲੇ, ਕਠੋਰ ਧਨੁਸ਼ਾਂ ਵਿੱਚੋਂ ਤੀਰ ਜਾਂਦੇ ਨੇ ਉੜਦੇ ਹੋਏ। ਵੇਦਤ ਜੋਧਨ ਦੇਹ ਕਰਾਤੇ, ਯੋਧਿਆਂ ਦੇ ਸਰੀਰਾਂ ਨੂੰ ਵਿੰਨਦੇ ਜਾਂਦੇ ਨੇ। ਇਤ ਕੁਦਾਵਤ ਤੋਮਰ ਮਾਰਤ, ਸੂਰਮੇ ਆਪਣੇ ਘੋੜਿਆਂ ਨੂੰ
ਨੂੰ ਕੁਦਾ ਕੇ ਬਰਛੇ ਮਾਰਦੇ ਨੇ। ਵੇਦਤ ਸ਼ਤਰ ਭੂਮ ਪਰ ਡਾਰਤ ਵਿਨ ਸ਼ਤਰੂਆਂ ਨੂੰ ਧਰਤੀ ਤੇ ਸਿੱਟਦੇ ਨੇ। ਕੀਚਨ ਬਰਛੀ ਛਿਪਰ ਛੁਰੰਤੀ ਕਹਿੰਦੇ ਤਿੱਖੀਆਂ ਬਰਛੀਆਂ ਛੇਤੀ ਨਾਲ ਕਾਲਜੇ ਪਾੜਦੀਆਂ ਨੇ। ਤਨ ਫੋਰਨ ਕਰ ਪਾਰ ਪਰੰਤੀ ਸਰੀਰਾਂ ਨੂੰ ਪਾੜ ਕੇ ਲੰਘੀ ਜਾਂਦੀਆਂ ਬਰਛੀਆਂ। ਵਿਦੇ ਬੂਰ ਤਤ ਛਿਨ ਧਰ ਡਾਰੇ ਕਹਿੰਦੇ ਸੂਰਮੇ ਵੱਡ ਧਰਤੀ ਤੇ ਸਿੱਟ ਦਿੱਤੇ। ਸੀਖ ਵਿਨ ਜਨ ਵੜੇ ਉਤਾਰੇ ਜਨ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ। ਚੰਡੀ ਦੀ ਵਾਰ ਚੋਂ ਪੰਕਤੀ ਲਈ ਭਾਈ ਸੰਤੋਖ ਸਿੰਘ ਜੀ ਨੇ। ਕਹਿੰਦੇ ਜਿਵੇਂ ਸੀਖ ਨਾਲ ਵੜੇ ਵਿੰਨ ਕੇ ਹਲਵਾਈ ਰੱਖਦਾ ਨਾ, ਇਉਂ ਕਹਿੰਦੇ ਇੱਕ ਇੱਕ ਬਰਛੀ ਨਾਲ 4 ਲਾਸ਼ਾਂ ਪਰੋ ਸੁੱਟੀਆਂ ਗਈਆਂ। ਪੁਨ ਗਹਿ ਨੰਗੀ ਸ਼ਮਸ਼ੇਰ ਫਿਰ ਨੰਗੀਆਂ ਤੇਗਾਂ ਲੈ ਕੇ ਸੂਰਾ ਭਿਰੇ ਓਜ ਸਮਸ਼ੇਰ ਸੂਰਮੇ ਸ਼ੇਰਾਂ ਤਰ੍ਹਾਂ ਭਿੜ ਰਹੇ ਹਨ। ਬਹਿ ਪਰਸਪਰ ਕਾਟਤ ਅੰਗ ਇੱਕ ਦੂਜੀ ਦੇ ਅੰਗ ਵੱਢੀ ਜਾਂਦੇ ਨੇ। ਸ਼੍ਰੋਣਤ ਗਿਰਤ ਲਾਲ ਛਿਤ ਰੰਗ ਕਹਿੰਦੇ ਧਰਤੀ ਲਹੂ ਨਾਲ ਲਾਲ ਹੋ ਗਈ ਹੈ। ਕਿਨਹੂ ਨਿਕਾਰੀ ਜਮ ਧਰ ਧਾਰੀ ਕਿਸੇ ਨੇ ਕਟਾਰ ਹੱਥ ਵਿੱਚ ਫੜ ਲਈ ਹੈ। ਨਿਕਟ ਢੁਕੇ ਸ਼ਤਰਨ ਤਨ ਮਾਰੀ ਨੇੜੇ ਢੋਕੇ ਪੇਟ ਵਿੱਚ ਆਂਦਰਾਂ ਪਰੋ ਦਿੰਦੇ, ਕਮਾਰ ਕੇ ਕਟਾਰ ਪਾੜ ਦਿੰਦੇ ਨੇ ਪੇਟ। ਇਹ ਨਾਵਤ ਬਹੁ ਫਿਰ ਹੈ ਤੁਰੰਗ ਘੋੜੇ ਹਿਣਕਦੇ ਫਿਰਦੇ ਨੇ। ਛੂਛ ਜ਼ੀਨ ਕੋ ਘਾਇਲ ਅੰਗ ਕਾਠੀਆਂ ਦੇ ਉੱਤੇ ਜਵਾਨ ਡਿੱਗ ਪਏ ਨੇ, ਘੋੜੇ ਖਾਲੀ ਹਿਣਕਦੇ ਫਿਰਦੇ ਨੇ। ਦੋਇ ਦਲ ਮਿਲ ਗਏ ਮਾਰ ਸੋ ਮਾਚੀ ਮਾਰੋ ਮਾਰ ਕਰਦੇ ਸੂਰਮੇ ਆਪਸ ਚ ਮਿਲ ਗਏ, ਮਾਰ ਮਚ ਗਈ। ਕਰਦਮ ਸ਼੍ਰੋਣ ਮਾਸ ਛਿਤ ਰਾਚੀ ਕਹਿੰਦੇ ਧਰਤੀ ਖੂਨ ਦੇ ਨਾਲ ਲਾਲ ਹੋ ਗਈ ਤੇ ਮਿੱਝਦਾ ਤੇ ਖੂਨ ਦਾ ਗਾਰਾ ਬਣ ਗਿਆ। ਗਿਰੇ ਛਿਨਕ ਮਹਿ ਸੁਭਟ ਹਜ਼ਾਰੋਂ ਕਹਿੰਦੇ ਹਜ਼ਾਰਾਂ ਯੋਧੇ ਡਿੱਗੇ ਮਰੇ ਹਨ। ਹਥਿਆਰਨ ਕੇ ਭਏ ਪ੍ਰਹਾਰੋਂ ਔਰ ਭਰਾ ਸ਼ਸਤਰਾਂ ਦੇ ਬੜੇ ਪ੍ਰਹਾਰ ਹੋਏ ਨੇ। ਇਸ ਤਰ੍ਹਾਂ ਜੰਗ ਮਚਿਆ ਤੇ ਅਬਦੁਲ ਖਾਂ ਕਮਾਨ ਸੰਭਾਲ ਰਿਹਾ। ਅੱਗੇ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਨਾਥ ਨਾ ਸਕੇ ਦੀਨ ਦਰਦ ਨਿਵਾਰ। ਏ ਸਮਰਾਥੇ ਗਮ ਪੂਰਨ ਮੋਏ ਮਾਇਆ ਧਾਰ। ਨਾਨਕ ਮਹਾ ਪਿਆਰ ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।